ਤੁਹਾਡੇ ਵੱਲੋਂ ਇੱਕ ਵੱਡਾ ਜਥਾ ਲੈ ਕੇ ਸੀਐਮ ਭਗਵੰਤ ਮਾਨ ਦੇ ਘਰ ਨੂੰ ਰਵਾਨਾ ਹੋਏ ਸੀ, ਕੀਰਤਨ ਕੀਤਾ ਗਿਆ, ਪਰ ਫਿਰ ਤਸ਼ੱਦਦ ਹੋਈ। ਤੁਹਾਡੇ ਮੂੰਹੋਂ ਤੁਸੀਂ ਦੱਸਿਆ ਸੀ ਸੋਸ਼ਲ ਮੀਡੀਆ ਤੇ। ਜਿਹੜੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ, ਉਹ ਇਹ ਕਹਿ ਰਹੀ ਹੈ ਕਿ ਚੋਰ ਤੇ ਮੁਕੱਦਮਾ ਬਣਦਾ ਆ, ਪਰ ਚੋਰ ਸਾਨੂੰ ਲਿਖ ਕੇ ਨਹੀਂ ਦੇ ਰਿਹਾ। ਉਹ ਲਿਖ ਦੇਵੇ ਤੇ ਅਸੀਂ 1 ਮਿੰਟ 'ਚ ਪਰਚਾ ਕਰ ਦਿਆਂਗੇ। ਕੋਈ ਨੋਟਿਸ ਨਹੀਂ, ਕੋਈ ਕੁਛ ਨਹੀਂ। ਆਉਂਦਿਆਂ ਸਾਰ ਹੀ ਸਾਡੀਆਂ ਸ੍ਰੀ ਸਾਹਿਬਾਂ ਤੇ ਦਸਤਾਰਾਂ ਤੇ ਜੁੱਤੀਆਂ ਲੈ ਕੇ ਸਰਾਣਿਆਂ ਤੇ ਚੜ੍ਹੇ। ਪੋਥੀਆਂ ਪਈਆਂ ਹੋਈਆਂ ਸਨ ਉੱਥੇ ਬੈਗ ਦੇ ਵਿੱਚ, ਉਹ ਬੈਗ ਵੀ ਸੁੱਟੇ। ਹੋਰ ਕਈ ਕੁਛ ਉੱਥੇ ਇਹਨਾਂ ਨੇ ਮੋਬਾਈਲ ਖੋਏ, ਧੱਕਾ ਮੁੱਕੀ ਘੜੀਸ ਕੇ ਚੱਕ ਕੇ ਗੱਡੀਆਂ 'ਚ ਐਵੇਂ ਸੁੱਟੋ। ਉਹ ਜਿੱਦਾਂ ਉੱਥੇ ਉਹ ਪੱਲੇਦਾਰ ਬੋਰੀਆਂ ਸੁੱਟਦੇ ਨੇ। ਤੇ ਜੇ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨ ਦਾ ਵੀ ਸਾਡੇ ਤੋਂ ਅਧਿਕਾਰ ਖੋਹ ਲਿਆ ਹੈ ਸਰਕਾਰ ਨੇ, ਤੇ ਫਿਰ ਕਹਿਣਾ ਪਵੇਗਾ ਕਿ ਉਸ ਦਿਨ ਜਮਹੂਰੀਅਤ ਦਾ ਕਤਲ ਹੋਇਆ ਹੈ। ਸਰਕਾਰ ਤੇ ਪ੍ਰਸ਼ਾਸਨ ਨਾਂ ਦੀ ਇੱਥੇ ਚੀਜ਼ ਕੋਈ ਨਹੀਂ। ਇਹ ਹੁਣ ਸਾਡੀਆਂ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਜਿਹੜੇ ਹੱਕ ਹਕੂਕ ਸੀ, ਉਹ ਸਾਡੇ ਇਹ ਸਰਕਾਰ ਦੀ ਬਲੀ ਚੜ੍ਹ ਗਏ। ਆ ਬਜ਼ੁਰਗਾਂ ਦੀ ਵੀਡੀਓ ਬਣੀ ਹੋਈ ਆ, ਸਿਰ ਤੇ ਛੋਟੀ ਦਸਤਾਰ ਮਸਾਂ ਇਹਨਾਂ ਨੇ ਬਚਾਈ ਆ, ਵੱਡੀ ਜਿਹੜੀ ਹੱਥ 'ਚ ਫੜੀ ਹੋਈ ਉਹ ਵੀ ਪੈਰਾਂ ਥੱਲਿਓਂ ਖਿੱਚੀ ਆ। ਸਾਡੀ ਗੱਲ ਛੱਡੋ, ਜਿਹੜੀਆਂ ਬੱਚੀਆਂ 3 ਮਹੀਨੇ ਤੋਂ ਉੱਥੇ ਬੈਠੀਆਂ ਸੀਗੀਆਂ ਆਪਣੇ ਹੱਕਾਂ ਲਈ, ਉਹਨਾਂ ਨੂੰ ਚੁੱਕ ਕੇ ਪਤਾ ਨਹੀਂ ਕਿਹੜੇ ਬੀਆਬਾਨ 'ਚ ਰਾਤ ਛੱਡਿਆ। ਨਾ ਉਹਨਾਂ ਕੋਲੇ ਮੋਬਾਈਲ, ਜਵਾਨ ਧੀਆਂ, ਉਹਨਾਂ ਨਾਲ ਰਾਤ ਉੱਥੇ ਕਿਤੇ ਕੁਛ ਵਾਪਰ ਜਾਂਦਾ ਹੈ। ਕੀ ਇਹ ਸਰਕਾਰ ਨੂੰ ਕੋਈ ਸ਼ਰਮ ਹੈ? ਇੱਕ ਬੰਨੇ ਭਗਤ ਸਿੰਘ ਦੀਆਂ ਤਸਵੀਰਾਂ ਲਾਉਂਦਾ ਹੈ, ਇੱਕ ਬੰਨੇ ਸ਼ੇਰੇ ਪੰਜਾਬ ਦੀਆਂ ਗੱਲਾਂ ਕਰਦਾ ਹੈ, ਵੇਖੋ ਜੀ ਮੈਂ ਲਾਈਆਂ ਹੋਈਆਂ। ਇੱਕ ਬੰਨੇ ਉਹ ਅੰਬੇਦਕਰ ਸਾਹਿਬ ਦੀਆਂ ਵੀ ਲਾਉਂਦਾ ਵੀ ਮੈਂ ਬੜਾ ਹਿਊਮਨ ਰਾਈਟਸ ਦਾ ਪਹਿਰੇਦਾਰ ਹਾਂ। ਤੇ ਅੱਜ ਮਨੁੱਖੀ ਅਧਿਕਾਰਾਂ ਦਾ ਘਾਣ ਇਹ ਸਾਰਾ ਕੁਝ ਉਸ ਰਾਤ ਵਿੱਚ ਹੋਇਆ, ਜਿਹਦੀ ਅਸੀਂ ਨਿਖੇਧੀ ਵੀ ਕਰਦੇ ਹਾਂ। ਭਾਈ ਇਹਨਾਂ ਘਟਨਾਵਾਂ ਤੋਂ ਸਿੱਖ ਲਿਓ। ਇਹ ਬਰਗਾੜੀ ਬਾਦਲਾਂ ਨੇ ਕੀਤਾ ਸੀ, ਕੋਟਕਪੂਰਾ ਬਾਈਬਲ ਕਲਾਂ ਇੱਥੇ ਇਹਨੇ ਭਗਵੰਤ ਮਾਨ ਨੇ ਕਰ ਵਿਖਾਇਆ। ਤੁਸੀਂ ਲੋਕਾਂ ਨੇ ਮੰਗ ਕੀਤੀ ਸੀ ਕਿ ਨਵੀਂ ਸਰਕਾਰ ਆਵੇ, ਨਵਾਂ ਬਦਲਾਅ ਆਵੇ। ਤੁਹਾਨੂੰ ਲੱਗਦਾ ਕਿ ਇਹ ਬਦਲਾਅ ਪੰਜਾਬ ਦੇ ਲੋਕਾਂ ਨੂੰ ਜਾਂ ਤੁਹਾਨੂੰ ਰਾਸ ਆ ਗਿਆ? ਤੇ ਜੇ ਹੁਣ ਅੱਜ ਆਮ ਆਦਮੀ ਪਾਰਟੀ ਵੀ ਕੈਪਟਨ ਬਾਦਲ ਕਿਆਂ ਦੇ ਰਾਹ ਚੱਲ ਪਈ ਹੈ, ਤੇ ਤੁਹਾਡੇ ਕੀ ਖਿਆਲ ਹੈ ਕਿ ਹੁਣ ਅਸੀਂ ਬਦਲਾਅ ਦੀ ਗੱਲ ਬੰਦ ਕਰ ਦਿਆਂਗੇ? ਭਗਵੰਤ ਮਾਨ ਦੀ ਕਿਰਾਏ ਦੀ ਲਈ ਹੋਈ ਕੋਠੀ ਜਿੱਥੇ ਉਹ ਰਹਿ ਨਹੀਂ ਰਿਹਾ, ਉਹਦੇ ਆਲੇ ਦੁਆਲੇ 200 ਪੁਲਿਸ ਵਾਲਾ ਲਾਇਆ ਹੋਇਆ ਆ, ਔਰ ਉਹ ਪੈਸਾ ਪੰਜਾਬ ਦਾ ਨਹੀਂ ਆ। ਕੀ ਇਹ ਹਰਾਮ ਦਾ ਹੈ? ਧਾਰਾ 40 144 ਲਾ ਦਿਆਂਗੇ, ਪੁਲਿਸ ਬਿਠਾ ਦਿਆਂਗੇ, ਆਪੇ ਧਰਨਾ ਮੁਕਤ ਹੋ ਜਾਣਾ। ਇੱਥੇ ਕਿਹੜਾ ਇਨਸਾਫ ਮਿਲਣਾ ਕਿਸੇ ਨੂੰ? ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਕਾਨੂੰਨ, ਪ੍ਰਸ਼ਾਸਨ, ਸਰਕਾਰ ਨਾਂ ਦਾ ਕੋਈ ਆਸਰਾ ਨਹੀਂ ਰਿਹਾ। ਹੁਣ ਪੰਜਾਬ ਦੇ ਲੋਕ ਪੰਜਾਬ ਤੋਂ ਬਾਅਦ ਕੇਂਦਰ ਸਰਕਾਰ ਨੂੰ ਕਹਿ ਸਕਦੇ ਨੇ, ਤੇ ਜੇ ਕੇਂਦਰ ਸਰਕਾਰ ਵੀ ਅੱਖਾਂ ਮੀਟਦੀ ਹੈ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਣਨਾ ਪੰਜਾਬ ਦੇ ਲੋਕਾਂ ਲਈ ਲਾਜ਼ਮੀ ਹੋਵੇ। ਆ ਜਿਹੜਾ ਹਰਪ੍ਰੀਤ ਸਿੰਘ ਲਾਇਆ, ਉਹ ਕਹਿੰਦਾ ਜੀ 328 ਸਰੂਪਾਂ ਦਾ ਮੁਕੱਦਮਾ ਦਰਜ ਹੋਊ। ਹੁਣ ਇਹਨੂੰ ਪੁੱਛਿਓ ਵੀ ਥੁੱਕ ਕੇ ਚੱਟਣਾ ਜਥੇਦਾਰ ਦਾ ਕੰਮ ਹੈ? ਕੁੰਵਰ ਸਾਹਿਬ ਉਹਨਾਂ ਦੀ ਪਾਰਟੀ ਦੇ ਐਮਐਲਏ ਆ, ਔਰ ਉਹਨਾਂ ਦੇ ਹੱਥ ਕਿਤੇ ਨਾ ਕਿਤੇ ਪਾਰਟੀ ਨੇ ਬੰਨੇ ਹੋਏ। ਅਸੀਂ ਇਹਨਾਂ ਦੇ ਪਿਓ ਦੇ ਨੌਕਰ ਨਹੀਂ ਆ ਵੀ ਇਹ ਸਾਨੂੰ ਦੱਬ ਲੈਣਗੇ। ਤੇ ਜਿਸ ਦਿਨ ਕੁੰਵਰ ਸਾਹਿਬ ਦੇ ਹੱਥ ਖੁੱਲ੍ਹ ਗਏ, ਉਹ ਦਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਲਾਣਾ ਵੀ ਉਹਨੇ ਫੜ ਕੇ ਅੰਦਰ ਦੇ ਦੇਣਾ ਹੈ, ਜਿਹਦੇ ਕਰਕੇ ਉਹਨੂੰ ਇਹ ਬੰਨ੍ਹ ਕੇ ਰੱਖ ਰਹੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਪੰਥਕ ਹੋਕਾ ਲਹਿਰ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ 22 ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ। ਸ੍ਰੀ ਦਰਬਾਰ ਸਾਹਿਬ ਦੇ ਰਸਤੇ ਦੇ ਵਿੱਚ
ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦਿਨੀ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਇੱਕ ਜਥਾ ਜਿਹੜਾ ਸੀ ਸੰਗਰੂਰ ਨੂੰ ਜਾਣੀ ਕਿ ਸੀਐਮ ਭਗਵੰਤ ਮਾਨ ਦੇ ਘਰ ਨੂੰ ਰਵਾਨਾ ਕੀਤਾ ਸੀ। 328 ਪਾਵਨ ਸਰੂਪਾਂ ਦੇ ਦੋਸ਼ੀਆਂ ਤੇ ਕਾਰਵਾਈ ਕਰ ਲਈ। ਪਿਛਲੇ ਦਿਨੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਦੋਂ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਭਾਈ ਬਲਦੇਵ ਸਿੰਘ ਵਡਾਲਾ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਤਸ਼ੱਦਦ ਕੀਤਾ ਗਿਆ। ਭਾਈ ਬਲਦੇਵ ਸਿੰਘ ਵਡਾਲਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਹਾਡੇ ਵੱਲੋਂ ਇੱਕ ਵੱਡਾ ਜਥਾ ਲੈ ਕੇ ਸੀਐਮ ਭਗਵੰਤ ਮਾਨ ਦੇ ਘਰ ਨੂੰ ਰਵਾਨਾ ਹੋਏ ਸੀ, ਕੀਰਤਨ ਕੀਤਾ ਗਿਆ, ਪਰ ਫਿਰ ਤਸ਼ੱਦਦ ਹੋਈ। ਤੁਹਾਡੇ ਮੂੰਹੋਂ ਤੁਸੀਂ ਦੱਸਿਆ ਸੀ ਸੋਸ਼ਲ ਮੀਡੀਆ ਦੇ ਉੱਤੇ 328 ਸਰੂਪ ਮਹਾਰਾਜ ਜੀਆਂ ਦੇ ਲਾਪਤਾ ਹੁੰਦੇ ਨੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਜਿਸ ਨੂੰ ਬਦਲ ਕੇ ਵੇਖ ਰਿਹਾ ਔਰ ਉਸ ਦੇ ਇਨਸਾਫ ਲਈ ਜਿੱਥੇ 22 ਮਹੀਨਿਆਂ ਤੋਂ ਇੱਥੇ ਬੈਠੇ ਆ, ਉੱਥੇ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਨਵੀਂ ਸਰਕਾਰ ਬਣਾਈ ਤੇ ਨਵੀਂ ਸਰਕਾਰ ਤੱਕ ਸਾਡੇ ਕੁਝ ਸਿੰਘਾਂ ਦਾ ਖਿਆਲ ਸੀ ਕਿ ਪਹੁੰਚ ਕਰਨੀ ਬਣਦੀ ਹੈ। ਭਾਵੇਂ ਕਿ 5 ਮਹੀਨਿਆਂ 'ਚ ਭਗਵੰਤ ਮਾਨ 5 ਵਾਰ ਇੱਥੇ ਆ ਗਿਆ, ਪਰ ਉਹਨੂੰ ਸਾਡਾ ਇਹ ਮੋਰਚਾ ਨਹੀਂ ਦਿਸਿਆ। ਆਪਾਂ ਨੂੰ ਉੱਥੇ ਜਾਣਾ ਚਾਹੀਦਾ ਹੈ। ਉਹਨਾਂ ਸਾਰਿਆਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ 20 ਅਗਸਤ ਨੂੰ ਸਵੇਰੇ 6 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੱਥੋਂ ਕਾਫਲਾ ਸ਼ੁਰੂ ਹੁੰਦਾ ਹੈ, ਜਿਹੜਾ ਮਖੂ, ਮੋਗਾ, ਬਰਨਾਲਾ ਹੁੰਦਾ ਹੋਇਆ ਸੰਗਰੂਰ ਭਗਵੰਤ ਮਾਨ ਦੇ ਘਰ ਪਹੁੰਚਦਾ ਹੈ ਔਰ ਕਰੀਬਨ 200 ਗੱਡੀਆਂ ਦਾ ਕਾਫਲਾ ਪਹੁੰਚਦਾ ਹੈ। ਯਾਦ ਪੱਤਰ ਦੇਣਾ ਹੈ। ਯਾਦ ਪੱਤਰ ਲੈਣ ਲਈ ਭਗਵੰਤ ਮਾਨ ਤੇ ਉਹਦੇ ਕਿਸੇ ਅਧਿਕਾਰੀ ਕੋ ਸਮਾਂ ਨਹੀਂ। ਪੁਲਿਸ ਪ੍ਰਸ਼ਾਸਨ ਸਾਨੂੰ ਉੱਥੇ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। 4 ਘੰਟੇ ਗਰਮੀ ਦੇ ਵਿੱਚ ਬੈਠ ਕੇ ਉੱਥੇ ਕੀਰਤਨ ਕੀਤਾ, ਵਿਚਾਰਾਂ ਹੋਈਆਂ। ਅਖੀਰੀ ਸੰਗਤ ਨੂੰ ਪੁੱਛਿਆ ਵੀ ਸਾਡੇ ਕੋ ਪੱਤਰ ਲੈਣ ਤਾਂ ਕੋਈ ਆਇਆ ਨਹੀਂ, ਹੁਣ ਦੱਸੋ ਕਿ ਅਗਲਾ ਹੁਕਮ ਤੁਹਾਡਾ ਕੀ ਹੈ। ਤੇ ਸਾਰਿਆਂ ਦੀ ਇੱਕ ਰਾਏ ਸੀਗੀ ਕਿ ਇਹ ਇਨਸਾਫ ਲੈ ਬਿਨਾਂ ਜਾਣਾ ਨਹੀਂ। ਇੱਕ ਮੋਰਚਾ ਉੱਥੇ ਲੱਗਿਆ, ਹੁਣ ਇੱਕ ਇੱਥੇ ਸ਼ੁਰੂ ਕਰ ਦਿਓ, ਕੀ ਫਰਕ ਪੈਂਦਾ। ਹੁਣ ਉੱਥੇ ਅਰਦਾਸ ਕਰਕੇ ਬੈਠ ਗਏ ਜੀ ਔਰ ਉਸੇ ਦਿਨ ਤੋਂ ਸ਼ੁਰੂਆਤ ਹੋਈ। 6 ਦਿਨ ਇਹ ਮੋਰਚਾ ਚੱਲਦਾ ਹੈ। ਸਿੱਖ ਨੀਤੀ ਪੰਥਕ ਮੋਰਚਾ। ਸਵੇਰੇ ਨਿਤਨੇਮ ਹੁੰਦਾ ਹੈ, ਦੁਪਹਿਰੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਸ਼ਾਮ ਨੂੰ ਸੋਧਰ ਦੇ ਪਾਠ ਤੇ ਕੀਰਤਨ ਸਮਾਗਮ ਹੁੰਦੇ ਨੇ। ਇਹਨਾਂ 6 ਦਿਨਾਂ ਦੇ ਦਰਮਿਆਨ ਪਹਿਲਾਂ ਹੇਠਲੇ ਪੱਧਰ ਦੇ ਪ੍ਰਸ਼ਾਸਨ ਸਾਡੇ ਤੋਂ ਆਏ, ਉਦੋਂ ਬਾਅਦ ਹੋਰ ਉੱਤੇ ਆ ਗਏ, ਆਈਜੀ ਸਾਹਿਬ ਆ ਗਏ, ਉੱਥੇ ਦੇ ਐਸਐਸਪੀ ਆ ਗਏ, ਫਿਰ ਉੱਥੇ ਦੇ ਸਾਡੇ ਕੋਲ ਬੀਜੇਪੀ ਦੇ ਲੀਡਰ ਵੀ ਆਏ। ਸਟੇਟਮੈਂਟ ਜਿਹੜੀ ਹੈ ਪੰਜਾਬ ਸਟੇਟ ਲੈਵਲ ਦੇ, ਉਹ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ। ਮੈਂ ਕਿਹਾ ਵੀ ਕੇਂਦਰ ਸਰਕਾਰ ਕਰ ਕੀ ਨਹੀਂ ਸਕਦੀ, ਸਭ ਕੁਝ ਕਰ ਸਕਦੀ ਹੈ। ਫਿਰ ਨਿੱਜਰ ਸਾਹਿਬ ਇੱਥੋਂ ਚੱਲ ਕੇ ਸੰਗਰੂਰ ਪਹੁੰਚਦੇ ਨੇ। ਇਹ 6 ਦਿਨਾਂ ਦਾ ਜੋ ਕੁਝ ਵਾਪਰਿਆ ਵੀ ਭਾਈ ਸਾਹਿਬ ਅਸੀਂ ਕੀ ਕਰ ਸਕਦੇ ਹਾਂ। ਮੈਂ ਕਿਹਾ ਸਰਕਾਰ ਸਾਨੂੰ ਪੁੱਛ ਰਹੀ ਹੈ, ਅਸੀਂ ਕੀ ਕਰ ਸਕਦੇ ਹਾਂ। ਤੇ ਸਾਰਿਆਂ ਦਾ ਕੁੱਲ ਮਿਲਾ ਕੇ ਜਵਾਬ ਸੀ, ਅਸੀਂ ਮੰਨਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ, ਅਸੀਂ ਮੰਨਦੇ ਹਾਂ ਇਹ ਸੰਗੀਨ ਜੁਰਮ ਹੈ, ਅਸੀਂ ਮੰਨਦੇ ਹਾਂ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ, ਪਰ ਸਾਨੂੰ ਇੱਕ ਪ੍ਰੋਬਲਮ ਹੈ ਕਿ ਉਹ ਕੀ ਕਹਿੰਦੇ, ਤੁਸੀਂ ਸ਼੍ਰੋਮਣੀ ਕਮੇਟੀ ਤੋਂ ਸਾਨੂੰ ਲਿਖਵਾ ਕੇ ਲਿਆ ਦਿਓ ਜਾਂ ਸਾਨੂੰ ਉਹ ਲਿਖ ਕੇ ਦੇ ਦੇਣ ਕਿ ਅਸੀਂ ਉਹਨਾਂ ਤੇ ਪਰਚਾ ਕਰ ਸਕੀਏ। ਇੱਥੋਂ ਸਾਫ਼ ਹੋ ਗਿਆ ਕਿ ਜਿਹੜੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ, ਉਹ ਇਹ ਕਹਿ ਰਹੀ ਹੈ ਕਿ ਚੋਰ ਤੇ ਮੁਕੱਦਮਾ ਬਣਦਾ ਆ, ਪਰ ਚੋਰ ਸਾਨੂੰ ਲਿਖ ਕੇ ਨਹੀਂ ਦੇ ਰਿਹਾ। ਉਹ ਲਿਖ ਦੇਵੇ ਤੇ ਅਸੀਂ 1 ਮਿੰਟ 'ਚ ਪਰਚਾ ਕਰ ਦਿਆਂਗੇ। ਇਹ ਇਹਨਾਂ ਦਾ ਜਵਾਬ ਸੀ। ਮੈਂ ਕਿਹਾ ਜੇ ਤੁਸੀਂ ਪਰਚਾ ਨਹੀਂ ਕਰ ਸਕਦੇ ਫਿਰ ਸਾਡੇ ਕੋਲ ਆਉਣ ਦੀ ਤੁਹਾਨੂੰ ਜ਼ਰੂਰਤ ਕੋਈ ਨਹੀਂ। ਖੈਰ ਉਹਨਾਂ ਨੇ ਫਿਰ ਬਦਲਾਅ ਦੀ ਗੱਲ ਬਦਲੇ 'ਚ ਗਈ। ਰਾਤ ਨੂੰ 25 ਅਗਸਤ ਨੂੰ 11 ਵਜੇ ਪੁਲਿਸ ਨੇ ਕਰੀਬਨ ਸ਼ਾਮ ਤੋਂ ਹੀ ਗੇੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਸੋਚਿਆ ਕਿ ਪਹਿਲਾਂ ਵੀ ਆਏ ਨੇ, ਹੁਣ ਵੀ ਸਾਨੂੰ ਪੁੱਛਣ ਆਉਣਗੇ, ਜੇ ਚੁੱਕਣ ਵੀ ਆਉਣਗੇ ਘੱਟੋ ਘੱਟ ਕੋਈ ਨੋਟਿਸ ਤਾਂ ਜ਼ਰੂਰ ਦੇਣਗੇ। ਪਰ ਇਹਨਾਂ ਨੇ ਕਾਨੂੰਨ ਦੀਆਂ, ਜਮਹੂਰਤ ਦੀਆਂ, ਲੋਕਤੰਤਰ ਦੀਆਂ, ਪ੍ਰਸ਼ਾਸਨ ਦੀਆਂ, ਸਰਕਾਰ ਨਾਂ ਦੀ ਕੋਈ ਚੀਜ਼ ਨਾ ਰੱਖਦਿਆਂ ਧੱਜੀਆਂ ਉਡਾਈਆਂ। ਰਾਤ ਨੂੰ 11 ਵਜੇ 3-4 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰਕੇ 700 ਦੇ ਕਰੀਬ ਉਹ ਬੰਦੇ ਇਕੱਠੇ ਕਰਕੇ ਸਾਡੇ ਤੇ ਧਾਵਾ ਬੋਲਿਆ ਜਾਂਦਾ ਹੈ। ਅਸੀਂ ਉੱਥੇ ਸਾਰੇ ਬਜ਼ੁਰਗ ਭਾਈ ਗੁਰਬਚਨ ਸਿੰਘ ਹੋਣੀ, ਸਾਡੀਆਂ ਮਾਤਾਵਾਂ ਕੁਝ ਪਾਠ ਕਰ ਰਹੇ ਨੇ, ਕੁਝ ਲੰਗਰ ਛਕ ਰਹੇ ਨੇ, ਕੁਝ ਆਰਾਮ ਕਰ ਰਹੇ ਨੇ, ਦਿਨ ਦੇ ਥੱਕੇ ਆ। ਅਸੀਂ ਉੱਥੋਂ ਸੈਰ ਕਰਕੇ 11 ਵਜੇ ਪਹੁੰਚਦੇ ਹਾਂ। ਮੇਰੇ ਮਗਰ 2 ਕਰਮਾ ਪੁਲਿਸ ਹੈ, ਮੈਂ 2 ਕਰਮਾ ਅੱਗੇ ਆਪਣੇ ਤੰਬੂ 'ਚ ਵੜ ਰਿਹਾ ਵੀ ਬੈਠ ਕੇ ਗੱਲ ਕਰਾਂਗੇ ਜਿਹੜੀ ਕਰਾਂਗੇ। ਔਰ ਉਹਨਾਂ ਨੇ ਜੁੱਤੀਆਂ ਸਮੇਤ ਅੰਦਰ ਆ ਕੇ ਕੋਈ ਨੋਟਿਸ ਨਹੀਂ ਦਿੱਤਾ। ਸਪੀਕਰ ਫੜੇ ਹੋਏ ਨੇ,
ਧਾਰਾ 44 ਲਾ ਤੀਜੀ ਦਫਾ ਲੱਗ ਗਈ। ਕੋਈ ਨੋਟਿਸ ਨਹੀਂ, ਕੋਈ ਕੁਛ ਨਹੀਂ। ਆਉਂਦਿਆਂ ਸਾਰ ਹੀ ਸਾਡੀਆਂ ਸ੍ਰੀ ਸਾਹਿਬਾਂ ਤੇ ਦਸਤਾਰਾਂ ਤੇ ਜੁੱਤੀਆਂ ਲੈ ਕੇ ਸਰਾਣਿਆਂ ਤੇ ਚੜ੍ਹੇ। ਪੋਥੀਆਂ ਪਈਆਂ ਹੋਈਆਂ ਸਨ ਉੱਥੇ ਬੈਗ ਦੇ ਵਿੱਚ, ਉਹ ਬੈਗ ਵੀ ਸੁੱਟੇ। ਹੋਰ ਕਈ ਕੁਛ ਉੱਥੇ ਇਹਨਾਂ ਨੇ ਮੋਬਾਈਲ ਖੋਏ। ਧੱਕਾ ਮੁੱਕੀ ਘੜੀਸ ਕੇ ਚੱਕ ਕੇ ਗੱਡੀਆਂ 'ਚ ਐਵੇਂ ਸੁੱਟੋ। ਉਹ ਜਿੱਦਾਂ ਉੱਥੇ ਉਹ ਪੱਲੇਦਾਰ ਬੋਰੀਆਂ ਸੁੱਟਦੇ ਨੇ ਵੀ ਫੜੋ ਚੱਕੋ, ਤੇ ਇਹਨਾਂ ਨੂੰ ਇਹ ਅੱਤਵਾਦੀ ਨੇ, ਵੱਖਵਾਦੀ ਨੇ, ਧਰਨਾ ਲਾ ਰਹੇ ਨੇ, ਕੋਈ ਸਰਕਾਰ ਨੂੰ ਹੋਰ ਕਿਸਮ ਦੀਆਂ ਗਾਲਾਂ ਕੱਢ ਰਹੇ ਨੇ, ਇਹ ਜੂਏ ਪੀਏ ਵਾਲੇ ਨੇ। ਇਸ ਤਰ੍ਹਾਂ ਦਾ ਤਾਂ ਉੱਥੇ ਕੁਝ ਵੀ ਨਹੀਂ। ਤੇ ਜੇ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨ ਦਾ ਵੀ ਸਾਡੇ ਤੋਂ ਅਧਿਕਾਰ ਖੋਹ ਲਿਆ ਹੈ ਸਰਕਾਰ ਨੇ, ਤੇ ਫਿਰ ਕਹਿਣਾ ਪਵੇਗਾ ਕਿ ਉਸ ਦਿਨ ਜਮਹੂਰੀਅਤ ਦਾ ਕਤਲ ਹੋਇਆ ਹੈ, ਲੋਕਤੰਤਰ ਦਾ ਘਾਣ ਹੋਇਆ ਹੈ, ਕਾਨੂੰਨ ਦੀਆਂ ਧੱਜੀਆਂ ਉੱਡੀਆਂ ਨੇ। ਸਰਕਾਰ ਤੇ ਪ੍ਰਸ਼ਾਸਨ ਨਾਂ ਦੀ ਇੱਥੇ ਚੀਜ਼ ਕੋਈ ਨਹੀਂ। ਇਹ ਹੁਣ ਸਾਡੀਆਂ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਿਕ ਜਿਹੜੇ ਹੱਕ ਹਕੂਕ ਸੀ, ਉਹ ਸਾਡੇ ਇਹ ਸਰਕਾਰ ਦੀ ਬਲੀ ਚੜ੍ਹ ਗਏ। ਇਹ ਸਾਰਾ ਘਟਨਾਕ੍ਰਮ ਜਿਹੜਾ ਵਾਪਰਿਆ, ਇਹ 20 ਅਗਸਤ ਇੱਥੋਂ ਜਾਂਦੇ ਆ, 25 ਅਗਸਤ ਰਾਤ 11 ਵਜੇ ਵਾਪਰਦਾ ਹੈ। ਔਰ ਰਾਤ 11 ਵਜੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਸਾਨੂੰ 3-4 ਜ਼ਿਲ੍ਹੇ ਪਾਰ ਕਰਾ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਰਾਤ 2 ਵਜੇ ਲਾਇਆ ਜਾਂਦਾ ਹੈ। ਸਿੰਘ ਸਾਹਿਬ, ਪਤਾ ਲੱਗਾ ਸੀ ਕੁਝ ਉੱਥੇ ਸਿੰਘਾਂ ਤੁਹਾਡਿਆਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਸੀ, ਬਿਲਕੁਲ ਸੱਚਾਈ ਇਹਦੇ ਵਿੱਚ ਕੋਈ? ਆ ਬਜ਼ੁਰਗਾਂ ਦੀ ਵੀਡੀਓ ਬਣੀ ਹੋਈ ਆ। ਸਿਰ ਤੇ ਛੋਟੀ ਦਸਤਾਰ ਮਸਾਂ ਇਹਨਾਂ ਨੇ ਬਚਾਈ ਆ, ਵੱਡੀ ਜਿਹੜੀ ਹੱਥ 'ਚ ਫੜੀ ਹੋਈ ਉਹ ਵੀ ਪੈਰਾਂ ਥੱਲਿਓਂ ਖਿੱਚੀ ਹੈ। ਇਹ ਸਾਹਮਣੇ ਆਣ ਸ੍ਰੀ ਸਾਹਿਬ ਇਹਨਾਂ ਦੀ ਸਰਾਣੇ ਸੀਗੀ। ਹੋਰ ਸਾਡੇ ਬਜ਼ੁਰਗ ਸੀ, ਇੱਕ ਹਰਿੰਦਰ ਸਿੰਘ ਸਾਡੇ ਉਹ ਹੁਸ਼ਿਆਰਪੁਰ ਤੋਂ ਸੀ, ਉਹਨਾਂ ਦੀ ਛੋਟੀ ਕੇਸਕੀ ਵੇਖ ਲਿਓ। ਕੈਪਟਨ ਸਾਹਿਬ ਸੀਗੇ, ਉਹ ਸਿਆਣੇ ਬੰਦੇ ਸੀ, ਇਹ ਨਹੀਂ ਪਿਓ ਕਿ ਖਰੂਦੀ ਬੰਦੇ ਇਕੱਠੇ ਕੀਤੇ ਹੋਏ ਸਨ, ਇਦਾਂ ਦਾ ਕੁਛ ਨਹੀਂ। ਸਾਡੀ ਗੱਲ ਛੱਡੋ, ਜਿਹੜੀਆਂ ਬੱਚੀਆਂ 3 ਮਹੀਨੇ ਤੋਂ ਉੱਥੇ ਬੈਠੀਆਂ ਸੀਗੀਆਂ ਆਪਣੇ ਹੱਕਾਂ ਲਈ, ਉਹਨਾਂ ਨੂੰ ਚੁੱਕ ਕੇ ਪਤਾ ਨਹੀਂ ਕਿਹੜੇ ਬੀਆਬਾਨ 'ਚ ਰਾਤ ਛੱਡਿਆ। ਨਾ ਉਹਨਾਂ ਕੋਲੇ ਮੋਬਾਈਲ, ਜਵਾਨ ਧੀਆਂ, ਉਹਨਾਂ ਨਾਲ ਰਾਤ ਉੱਥੇ ਕਿਤੇ ਕੁਛ ਵਾਪਰ ਜਾਂਦਾ ਹੈ। ਕੀ ਇਹ ਸਰਕਾਰ ਨੂੰ ਕੋਈ ਸ਼ਰਮ ਹੈ ਵੀ ਲੋਕਾਂ ਦੀਆਂ ਧੀਆਂ ਬਚਾਉਣ ਵਾਲੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਪੰਜਾਬ ਦੇ ਬਸ਼ਿੰਦੇ ਪੜ੍ਹਨ ਵਾਲੇ, ਉਹਨਾਂ ਵਿੱਚੋਂ ਹੀ ਪੁਲਿਸ ਦੇ ਅਫਸਰਾਂ ਦਾ ਜਨਮ ਹੋਇਆ, ਸਿਪਾਹੀਆਂ ਦਾ, ਮੁਲਾਜ਼ਮਾਂ ਦਾ ਜਨਮ ਹੋਇਆ, ਉਹਨਾਂ ਵਿੱਚੋਂ ਹੀ ਮੁੱਖ ਮੰਤਰੀ ਜੰਮਿਆ। ਤੇ ਅੱਜ ਉਹਨਾਂ ਦਾ ਵਾਰਸ ਖਵਾਉਣ ਵਾਲਾ ਇੱਕ ਬੰਨੇ ਭਗਤ ਸਿੰਘ ਦੀਆਂ ਤਸਵੀਰਾਂ ਲਾਉਂਦਾ ਹੈ, ਇੱਕ ਬੰਨੇ ਸ਼ੇਰੇ ਪੰਜਾਬ ਦੀਆਂ ਗੱਲਾਂ ਕਰਦਾ ਹੈ, ਵੇਖੋ ਜੀ ਮੈਂ ਲਾਈਆਂ ਹੋਈਆਂ, ਇੱਕ ਬੰਨੇ ਉਹ ਅੰਬੇਦਕਰ ਸਾਹਿਬ ਦੀਆਂ ਵੀ ਲਾਉਂਦਾ ਵੀ ਮੈਂ ਬੜਾ ਹਿਊਮਨ ਰਾਈਟਸ ਦਾ ਪਹਿਰੇਦਾਰ ਹਾਂ। ਤੇ ਅੱਜ ਮਨੁੱਖੀ ਅਧਿਕਾਰਾਂ ਦਾ ਘਾਣ, ਇਹ ਸਾਰਾ ਕੁਛ ਉਸ ਰਾਤ ਵਿੱਚ ਹੋਇਆ, ਜਿਹਦੀ ਅਸੀਂ ਨਿਖੇਧੀ ਵੀ ਕਰਦੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਆਵਾਜ਼ ਵੀ ਦਿੰਦੇ ਹਾਂ ਵੀ ਘਟਨਾਵਾਂ ਤੋਂ ਸਿੱਖਣਾ ਤੇ ਘਾਟਾਂ ਨੂੰ ਪੂਰੀਆਂ ਕਰਨਾ ਇਹ ਸਿੱਖ ਦਾ ਫਰਜ਼ ਹੈ। ਭਾਈ ਇਹਨਾਂ ਘਟਨਾਵਾਂ ਤੋਂ ਸਿੱਖ ਲਿਓ। ਇਹ ਬਰਗਾੜੀ ਬਾਦਲਾਂ ਨੇ ਕੀਤਾ ਸੀ, ਕੋਟਕਪੂਰਾ ਬਾਈਬਲ ਕਲਾਂ, ਇੱਥੇ ਇਹਨੇ ਭਗਵੰਤ ਮਾਨ ਨੇ ਕਰ ਵਿਖਾਇਆ ਵੀ ਭਾਈ ਜੇ ਤੁਸੀਂ ਘੱਟ ਨਹੀਂ, ਤੁਸੀਂ ਸ਼ੇਰ ਹੋ ਤੇ ਮੈਂ ਸਵਾ ਸ਼ੇਰ ਹਾਂ। ਸਿੰਘ ਸਾਹਿਬ, ਬਹੁਤ ਸਾਰੇ ਭਾਸ਼ਣਾਂ ਦੇ ਵਿੱਚ ਜਾਂ ਬਹੁਤ ਸਾਰੀਆਂ ਬਾਈਟਾਂ ਦੇ ਵਿੱਚ ਮੇਰੇ ਨਾਲ ਵੀ ਤੁਸੀਂ ਗੱਲ ਕੀਤੀ ਸੀ, ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਓ, ਕਾਂਗਰਸ ਭਜਾਓ, ਅਕਾਲੀ ਦਲ ਭਜਾਓ, ਤਾਂ ਇਹ ਨਵੀਂ ਰਾਜਨੀਤੀ ਆ ਗਈ। ਤੁਸੀਂ ਲੋਕਾਂ ਨੇ ਮੰਗ ਕੀਤੀ ਸੀ ਕਿ ਨਵੀਂ ਸਰਕਾਰ ਆਵੇ, ਨਵਾਂ ਬਦਲਾਅ ਆਵੇ। ਤੁਹਾਨੂੰ ਲੱਗਦਾ ਕਿ ਇਹ ਬਦਲਾਅ ਪੰਜਾਬ ਦੇ ਲੋਕਾਂ ਨੂੰ ਜਾਂ ਤੁਹਾਨੂੰ ਰਾਸ ਆ ਗਿਆ? ਅਸੀਂ ਲੋਕਾਂ ਨੇ ਮੰਗ ਨਹੀਂ ਕੀਤੀ, ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਵਾਚਿਆ ਤੇ ਲੋਕਾਂ ਦੇ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ। ਅੱਜ ਤੋਂ ਕਈ ਦਹਾਕੇ ਕਾਂਗਰਸ ਆਈ ਤੇ ਕਾਂਗਰਸ ਦਾ ਬਦਲਾਅ ਲੋਕਾਂ ਨੇ ਬੀਜੇਪੀ ਲਿਆਂਦੀ ਤੇ ਬੀਜੇਪੀ ਦਾ ਬਦਲਾਅ ਲੋਕਾਂ ਨੇ ਮੁੜ ਇੱਥੇ ਆਮ ਆਦਮੀ ਪਾਰਟੀ 'ਚ ਲਿਆਂਦਾ। ਤੇ ਜੇ ਹੁਣ ਅੱਜ ਆਮ ਆਦਮੀ ਪਾਰਟੀ ਵੀ ਕੈਪਟਨ ਬਾਦਲ ਕਿਆਂ ਦੇ ਰਾਹ ਚੱਲ ਪਈ ਹੈ, ਤੇ ਤੁਹਾਡੇ ਕੀ ਖਿਆਲ ਹੈ ਕਿ ਹੁਣ ਅਸੀਂ ਬਦਲਾਅ ਦੀ ਗੱਲ ਬੰਦ ਕਰ ਦਿਆਂਗੇ? ਅਸੀਂ ਬਦਲਾਅ ਇਸ ਲਈ ਲਿਆਂਦਾ ਸੀ, ਇਸ ਲਈ ਕਹਿ ਰਹੇ ਸਾਂ ਪੰਜਾਬ ਦੇ ਲੋਕੋ ਬਦਲਾਅ ਲਿਆਓ। ਕੈਪਟਨ ਬਾਦਲ ਕੇ ਇੱਥੇ ਸਾਡੇ ਨਾਲ ਕੁਝ ਕਰ ਰਿਹਾ ਤੇ ਤੁਸੀਂ ਬਦਲਾਅ ਲਿਆਓ। ਔਰ ਲੋਕਾਂ ਦੇ ਕੋਲੇ ਇਹਨਾਂ ਤੋਂ ਸਿਵਾਏ ਕੋਈ ਆਪਸ਼ਨ ਨਹੀਂ ਸੀ। 2021 ਦੇ ਵਿੱਚ ਜਦੋਂ ਕਾਂਗਰਸੀ ਸਰਕਾਰ ਸੀ, ਚੰਨੀ ਮੁੱਖ ਮੰਤਰੀ ਸਨ, ਕੈਪਟਨ ਮੁੱਖ ਮੰਤਰੀ ਸਨ, ਤੁਹਾਡੇ ਵੱਲੋਂ ਮੰਤਰੀਆਂ ਦੇ ਘਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀਗਾ, ਬਹੁਤ ਸਾਰੇ ਜਿਹੜਾ ਉੱਥੇ ਕੀਰਤਨ ਕੀਤਾ ਗਿਆ ਸੀ, ਬਹੁਤ ਸਾਰੇ ਮੰਤਰੀਆਂ ਨੇ ਸਵਾਗਤ ਕੀਤਾ ਕਿ ਸ਼ਾਇਦ ਸਾਡਾ ਘਰ ਜਿਹੜਾ ਸੀ ਉਹ ਪਵਿੱਤਰ ਹੋ ਗਿਆ ਤੁਹਾਡੇ ਕੀਰਤਨ ਕਰਨਗਾ ਸੀ। ਭਗਵੰਤ ਮਾਨ ਨੂੰ ਨਹੀਂ ਸੀ ਚਾਹੀਦਾ ਕਿ ਤੁਹਾਡਾ ਸਤਿਕਾਰ ਕਰਦੇ ਹੋ? ਇਹਦਾ ਘਰ ਪਵਿੱਤਰ ਤਾਂ ਹੁੰਦਾ ਜੇ ਘਰ ਨੂੰ ਘਰ ਮੰਨਦਾ।
ਇਹਦਾ ਪ੍ਰਸ਼ਾਸਨ ਪੁਲਿਸ ਵਾਲੇ ਜਿੰਨੇ ਵੀ ਉੱਥੇ ਆਏ ਸਾਰੇ ਸਾਡੇ ਲਈ ਇੱਕੋ ਰੱਟ ਲਾ ਕੇ ਬੈਠੇ ਰਹੇ ਵੀ ਜਿਸ ਘਰ ਦੇ ਤੁਸੀਂ ਮੂਹਰੇ ਬੈਠੇ ਹੋ ਇਹ ਘਰ ਭਗਵੰਤ ਮਾਨ ਦਾ ਨਹੀਂ ਤੇ ਇਹ ਤੇ ਕਿਰਾਏ ਦੀ ਕੋਠੀ ਹੈ। ਤੇ ਮੈਂ ਫਿਰ ਇਹਨਾਂ ਵੀ ਕਮਾਲ ਹੈ, ਕਿਰਾਏ ਦੀ ਕੋਠੀ ਭਗਵੰਤ ਮਾਨ ਸੰਗਰੂਰ ਲੈਂਦਾ ਹੈ ਔਰ ਦੂਜੇ ਬੰਨੇ ਮੰਤਰੀਆਂ ਦੇ ਗਨਮੈਨ ਖੋਂਦਾ ਹੈ ਵੀ ਤੁਹਾਨੂੰ 2 ਦੇਣੇ ਨੇ, ਵੱਧ ਨਹੀਂ ਦੇਣੇ, ਆਪਣੀ ਪੈਸੇ ਤੇ ਰੱਖੋ। ਉਹਨਾਂ ਦੇ ਗਨਮੈਨ ਵਾਪਸ ਲਏ ਜਾਂਦੇ ਨੇ, ਪਰ ਭਗਵੰਤ ਮਾਨ ਦੀ ਕਿਰਾਏ ਦੀ ਲਈ ਹੋਈ ਕੋਠੀ ਜਿੱਥੇ ਉਹ ਰਹਿ ਨਹੀਂ ਰਿਹਾ ਉਹਦੇ ਆਲੇ ਦੁਆਲੇ 200 ਪੁਲਿਸ ਵਾਲਾ ਲਾਇਆ ਹੋਇਆ ਆ ਔਰ ਉਹ ਪੈਸਾ ਪੰਜਾਬ ਦਾ ਨਹੀਂ ਆ ਕਿ ਇਹ ਹਰਾਮ ਦਾ ਹੈ। ਉਹ ਆਪਣੇ ਘਰ ਨੂੰ ਘਰ ਨਹੀਂ ਮੰਨ ਰਿਹਾ ਤੇ ਮੈਨੂੰ ਖਿਮਾ ਕਰ ਦਿਓ, ਆਪਣੇ ਪੰਜਾਬ ਨੂੰ ਵੀ ਪੰਜਾਬ ਨਹੀਂ ਮੰਨ ਰਿਹਾ। ਇਹ ਤੇ ਸਿਰਫ ਕੁਰਸੀ ਦੀ ਪਕੜ 'ਚ ਉੱਥੇ ਬੈਠਾ ਹੈ ਤੇ ਦਿੱਲੀ ਵਾਲੇ ਉਹਨਾਂ ਨੇ ਉਹਨੂੰ ਬਿਠਾਇਆ ਹੋਇਆ ਆ ਤੇ ਪੰਜਾਬ ਦੇ ਲੋਕਾਂ ਨੇ ਜਿਵੇਂ ਬਿਠਾਇਆ ਆ ਹੁਣ ਇਸੇ ਦੀ ਲੱਥਣ ਦੀ ਤਿਆਰੀ ਉਹਨਾਂ ਨੂੰ ਤੇ ਦਹਾਕੇ ਲੱਗ ਗਏ ਸੀ। ਇਹਦਾ ਤਾਂ ਪੰਜਾਬ ਦੇ ਲੋਕਾਂ ਦਾ ਮੋਹ ਇਹਦੇ ਤੋਂ 5 ਮਹੀਨਿਆਂ 'ਚ ਹੀ ਭੰਗ ਹੋ ਗਿਆ। ਹੁਣ ਇਹਦਾ ਨੰਬਰ ਹੈ, ਜੇ ਇਹਨੇ ਘਰ ਨੂੰ ਘਰ ਨਹੀਂ ਸਮਝਿਆ ਤੇ ਪੰਜਾਬ ਵਾਲੇ ਵੀ ਇਹਨੂੰ ਆਪਣੇ ਘਰ ਦਾ ਮੈਂਬਰ ਨਹੀਂ ਸਮਝਣ। ਵਿਧਾਨ ਸਭਾ ਚੋਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ ਧਰਨਾ ਮੁਕਤ ਪੰਜਾਬ ਹੋਵੇਗਾ। 2 ਮਹੀਨੇ ਲੱਗੇ, ਸੀਐਮ ਦੇ ਘਰ ਦੇ ਬਾਹਰ ਧਰਨੇ ਲੱਗਣ ਲੱਗ ਪਏ। ਉਹਨੇ ਤਾਂ ਕਿਹਾ ਸੀ ਕਿ ਧਰਨਾ ਮੁਕਤ ਪੰਜਾਬ ਹੋਵੇਗਾ ਕਿਉਂਕਿ ਆਪਾਂ ਕਿਹੜਾ ਇਨਸਾਫ ਦੇਣਾ, ਡਾਂਗਾ ਫੇਰ ਕੇ ਭਜਾ ਦੇਾਂਗੇ, ਧਾਰਾ 40 144 ਲਾ ਦੇਾਂਗੇ, ਪੁਲਿਸ ਬਿਠਾ ਦੇਾਂਗੇ, ਆਪੇ ਧਰਨਾ ਮੁਕਤ ਹੋ ਜਾਣਾ। ਇੱਥੇ ਕਿਹੜਾ ਇਨਸਾਫ ਮਿਲਣਾ ਕਿਸੇ ਨੂੰ। ਜੋ ਸਾਡੇ ਨਾਲ ਵਾਪਰਿਆ ਉਹੀ, ਜੇ ਅਸੀਂ ਧਾਰਮਿਕ ਹਾਂ, ਸਿਆਸੀ ਨਹੀਂ, ਕੋਈ ਖਰੂਦੀ ਨਹੀਂ, ਕੋਈ ਸਰਕਾਰ ਵਿਰੋਧੀ ਨਹੀਂ, ਉਹਦੇ ਬਾਵਜੂਦ ਸਾਡੇ ਨਾਲ ਇਹ ਵਾਪਰਿਆ ਆ ਵੀ ਧਰਨਾ ਮੁਕਤ, ਅਸੀਂ ਤੇ ਧਰਨਾ ਲਾਇਆ ਹੀ ਨਹੀਂ ਤੇ ਸਾਨੂੰ ਧਰਨਾ ਕਹਿ ਕੇ ਚੁੱਕਿਆ ਗਿਆ। ਤੇ ਇਸ ਤੋਂ ਸਾਫ਼ ਹੈ ਕਿ ਭਗਵੰਤ ਮਾਨ ਹੁਣ ਬਦਲਾ ਨਹੀਂ ਲਿਆਏਗਾ, ਬਦਲਾ ਲਵੇਗਾ ਔਰ ਉਸ ਬਦਲੇ ਦੇ ਵਿੱਚ ਧਰਨੇ ਲਾਉਣ ਵਾਲਿਆਂ ਨੂੰ ਇਨਸਾਫ ਦੀ ਜਗ੍ਹਾ ਡਾਂਗਾ ਫੇਰ ਕੇ ਖਦੇੜ ਕੇ ਰੱਖ ਦੇਗਾ। ਜਦੋਂ ਧਰਨੇ ਹੀ ਖਤਮ ਕਰ ਦਿੱਤੇ ਤੇ ਫਿਰ ਧਰਨਾ ਲਾਉਣ ਵਾਲਾ ਕੌਣ ਰਹਿ ਗਿਆ। ਸਿੰਘ ਸਾਹਿਬ, 3 ਸਰਕਾਰਾਂ ਬਦਲ ਗਈਆਂ, 4 ਮੁੱਖ ਮੰਤਰੀ ਬਣ ਗਏ, ਪਰ 328 ਪਾਵਨ ਸਰੂਪਾਂ ਦਾ ਜਾਂ ਹੋਰ ਬੇਅਦਬੀ ਮਾਮਲਿਆਂ ਦਾ ਸਿੱਖਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ। ਲੋਕ ਕਿਸ ਤਰ੍ਹਾਂ ਇਨਸਾਫ ਚਾਹੁਣਗੇ? ਲੋਕਾਂ ਨੇ ਬਦਲਾਅ ਲਿਆਂਦਾ, ਅਕਾਲੀ ਭਜਾਏ, ਕਾਂਗਰਸੀ ਆਏ, ਕਾਂਗਰਸੀ ਭਜਾਏ ਤਾਂ ਹੁਣ ਆਮ ਆਦਮੀ ਪਾਰਟੀ ਆਏ। ਇਨਸਾਫ ਲੋਕੀ ਕਿੱਥੋਂ ਭਾਲਣ? ਕਿਉਂਕਿ ਸਿਆਸੀਆਂ ਤੋਂ ਸਾਰੇ ਤੋਂ ਮੂੰਹ ਭੰਗ ਹੋ ਚੁੱਕਾ। ਇਹਦੇ ਇਨਸਾਫ ਲਈ ਹੁਣ ਇਹ ਕਹਿ ਸਕਦੇ ਆ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਕਾਨੂੰਨ ਪ੍ਰਸ਼ਾਸਨ ਸਰਕਾਰ ਨਾਂ ਦਾ ਕੋਈ ਆਸਰਾ ਨਹੀਂ ਰਿਹਾ। ਹੁਣ ਸਾਡੀ ਟੇਕ ਚਲੀ ਗਈ ਕੇਂਦਰ ਸਰਕਾਰ ਤੇ। ਸਰਕਾਰ ਕੇਂਦਰ ਦੀ ਬੀਜੇਪੀ ਦੀ ਹੈ। ਹੁਣ ਬੀਜੇਪੀ ਅਮਿਤ ਸ਼ਾਹ ਨੂੰ ਚਾਹੀਦਾ ਹੈ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰੇ, CBI ਤੋਂ ਜਾਂਚ ਕਰਾਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਮੁਕੱਦਮਾ ਦਰਜ ਕਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਜਿਹੜੀ 295 ਧਾਰਾ ਇਹ ਬਣਾਈ ਹੈ ਉਹਨੂੰ AA ਉਹਨੂੰ UAPA ਨਾਲ ਜੋੜ ਕੇ ਜਿੱਥੇ ਜਿੱਥੇ ਵੀ ਭਾਰਤੀ ਲੋਕ ਵਸੇ ਨੇ ਉਹਨਾਂ ਦੇਸ਼ਾਂ ਨਾਲ ਭਾਰਤ ਸੰਧੀ ਰੱਖ ਸਕਦਾ ਹੈ, ਇਹ ਕਾਨੂੰਨ ਵੀ ਉੱਥੋਂ ਤੱਕ ਲਾਗੂ ਕਰੇ ਤਾਂ ਕਿ ਇਹਨਾਂ ਲੋਕਾਂ ਤੇ ਇਹ ਸਕੰਜਾ ਕੱਸਿਆ ਜਾ ਸਕੇ। ਚਾਹੇ 328 ਸਰੂਪਾਂ ਦੀ ਗੱਲ ਹੋਵੇ, ਚਾਹੇ ਉਹ ਬੇਅਦਬੀ ਕਾਂਡ ਹੋਣ, ਚਾਹੇ ਉਹ ਥਮਿੰਦਰ ਆਨੰਦ ਵਰਗੇ ਮਸੰਦ 1000 ਸਰੂਪ ਛਾਪ ਕੇ ਰੱਖਣ ਵਾਲੇ ਚੈਨਾਂ ਤੋਂ ਉਹ ਹੋਣ, ਇਹਨਾਂ ਲੋਕਾਂ ਨੂੰ ਤਾਂ ਫੜਿਆ ਜਾ ਸਕਦਾ ਹੈ। ਤੇ ਜੇ ਕੇਂਦਰ ਸਰਕਾਰ ਵੀ ਇੱਥੇ ਆਨਾਕਾਨੀ ਕਰੇ ਤੇ ਫਿਰ ਪੰਜਾਬ ਦੇ ਲੋਕ ਸਿੱਖ ਨੀਤੀ ਵੱਲ ਖਿਆਲ ਕਰਨ, ਜਿਹੜਾ ਖਿਆਲ ਕਦੇ ਬਹਾਦਰ ਸ਼ਾਹ ਦੇ ਮੁਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤਾ। ਬਹਾਦਰ ਸ਼ਾਹ ਨੇ ਵੀ ਕਦੇ ਸੰਧੀਆਂ ਕੀਤੀਆਂ ਸੀ, ਮਹਾਰਾਜ ਮੈਂ ਇਨਸਾਫ ਕਰਾਂਗਾ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ, ਮੈਨੂੰ ਇੱਕ ਮੌਕਾ ਦਿਓ। ਲੱਗਦਾ ਨਹੀਂ ਪੰਜਾਬ ਦੇ ਲੋਕਾਂ ਨੇ ਇਨਸਾਫ ਕੀਤਾ। ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਸੀ ਸਰਕਾਰ ਬਣੀ, ਪਰ ਸੰਗਰੂਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਵਾਬ ਦਿੱਤਾ, ਸਿਮਰਜੀਤ ਸਿੰਘ ਮਾਨ ਨੂੰ ਉੱਥੋਂ MP ਬਣਾਇਆ। ਸਿੱਖ ਕੌਮ ਲੱਗਦਾ ਨਹੀਂ ਕਿ ਸਿਮਰਜੀਤ ਮਾਨ ਹੋਣਾ ਦੇ ਨਾਲ ਖਲੋਤੀ ਆ, ਵੱਡਾ ਜਿਹੜਾ ਉਹਨਾਂ ਨੂੰ ਉਸ ਵੇਲੇ ਫਖਰ ਹੋਇਆ ਸੀਗਾ। ਉਹੀ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹਾਦਰ ਸ਼ਾਹ ਸ਼ਰਨ ਆਏ ਨੂੰ ਸ਼ਰਨ ਦਿੱਤੀ, ਰਾਜ ਦਿੱਤਾ, ਪਰ ਜਦੋਂ ਕੁਰਸੀ ਤੇ ਬਹਿ ਕੇ 6 ਮਹੀਨਿਆਂ 'ਚ ਉਹਨੇ ਅੱਖਾਂ ਬਦਲੀਆਂ ਤੇ ਸਿੱਖੀ ਸਿਧਾਂਤਾਂ ਅਨੁਸਾਰ ਮਹਾਰਾਜ ਜੀ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ। ਆਖਿਆ ਵੀ ਹੁਣ ਭਾਈ
ਸਿੱਖ ਨੀਤੀ ਦਾ ਆਗਾਜ਼ ਕਰ ਔਰ ਰਾਜਨੀਤਿਕਾਂ ਨੂੰ ਦੱਸ ਦਿਓ, ਜਦੋਂ ਤੁਹਾਡੀ ਰਾਜਨੀਤੀ ਅੱਖਾਂ ਮੀਟ ਲੈ ਤੇ ਫਿਰ ਸਿੱਖ ਨੀਤੀ ਨੂੰ ਇਨਸਾਫ ਕਰਨਾ ਵੀ ਆਉਂਦਾ ਹੈ ਤੇ ਇਨਸਾਫ ਲੈਣਾ ਵੀ ਆਉਂਦਾ ਹੈ। ਹੁਣ ਪੰਜਾਬ ਦੇ ਲੋਕ ਪੰਜਾਬ ਤੋਂ ਬਾਅਦ ਕੇਂਦਰ ਸਰਕਾਰ ਨੂੰ ਕਹਿ ਸਕਦੇ ਨੇ, ਤੇ ਜੇ ਕੇਂਦਰ ਸਰਕਾਰ ਵੀ ਅੱਖਾਂ ਮੀਟਦੀ ਹੈ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਣਨਾ ਪੰਜਾਬ ਦੇ ਲੋਕਾਂ ਲਈ ਲਾਜ਼ਮੀ ਹੋਵੇ। ਤੁਹਾਨੂੰ ਲੱਗਦਾ ਹੈ ਕਿ ਜੇ ਸਿਮਰਜੀਤ ਮਾਨ ਹੋਣੀ ਬਾਕੀ ਮੁੱਦੇ ਪੰਜਾਬ ਦੇ ਵਿੱਚ ਸੰਸਦ ਦੇ ਵਿੱਚ ਪੰਜਾਬ ਦੇ ਬਾਕੀ ਮੁੱਦੇ ਚੁੱਕ ਸਕਦੇ ਨੇ, ਤੁਹਾਡੇ ਨਾਲ ਜਿਹੜਾ ਹੋਇਆ ਮੁੱਦਾ ਉਹ ਵੀ ਚੁੱਕ ਸਕਦੇ ਨੇ, ਜਾਂ 328 ਪਾਵਨ ਸਰੂਪਾਂ ਦਾ ਮੁੱਦਾ ਜਿਹੜਾ ਸਿਮਰਜੀਤ ਮਾਨ ਹੋਣਾ ਨੂੰ, ਬੇਅਦਬੀ ਮਾਮਲੇ ਦਾ ਮੁੱਦਾ ਸਿਮਰਜੀਤ ਮਾਨ ਹੋਣਾ ਨੂੰ ਚੁੱਕਣਾ ਚਾਹੀਦਾ ਪੰਜਾਬ ਦੇ ਲਈ? ਦੇਖੋ ਜੀ, ਜਦੋਂ ਵੀ ਸਿੱਖੀ ਸਿਧਾਂਤਾਂ ਲਈ ਕੋਈ ਵੀ ਗੱਲ ਕਰਦਾ ਹੈ ਨਾ, ਜਿੱਥੇ ਵੀ ਸਿੱਖ ਕਰਦਾ ਹੈ ਉਹ ਸਾਨੂੰ ਵੀ ਚੁੱਕਣਾ ਚਾਹੀਦਾ ਤੇ ਉਹਨਾਂ ਨੂੰ ਵੀ ਚੁੱਕਣਾ ਚਾਹੀਦਾ। ਹੁਣ ਇਹ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਦੱਸਣਾ ਹੈ ਵੀ ਪਾਰਲੀਮੈਂਟ ਜਾ ਕੇ ਇਸ ਮੁੱਦੇ ਨੂੰ ਚੁੱਕਣਾ, ਇਹਦੇ ਲਈ ਕਾਰਵਾਈ CBI ਜਾਂਚ ਦੂਜਾ ਤੀਜਾ ਕਰਵਾਉਣਾ, ਇਹ ਤਾਂ ਹੁਣ ਉਹ ਕਰਨ, ਉਹੀ ਦੱਸਣ, ਔਰ ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ 5 ਮਹੀਨਿਆਂ ਦੇ ਮੋਹ ਭੰਗ ਹੋਣ ਤੋਂ ਬਾਅਦ ਮਾਨ ਸਾਹਿਬ ਨੂੰ ਜਿਤਾ ਕੇ ਤੇ ਆਮ ਆਦਮੀ ਪਾਰਟੀ ਨੂੰ ਇੱਕ ਟ੍ਰੇਲਰ ਵਿਖਾਇਆ, ਤੇ ਹੁਣ ਮਾਨ ਸਾਹਿਬ ਨੂੰ ਵੀ ਚਾਹੀਦਾ ਵੀ ਫਿਲਮ ਵਿਖਾ ਦੇਣ ਵੀ ਟ੍ਰੇਲਰ ਤੋਂ ਬਾਅਦ ਫਿਲਮ ਕਿਹੜੀ ਹੋਊਗੀ। ਇਹ ਤੇ ਹੁਣ ਉਹਨਾਂ ਸੋਚਣਾ ਹੈ। ਜੇ ਗੱਲ ਕਰੀਏ, ਕਿਸੇ ਵੀ ਅਜੇ ਤੱਕ ਲੀਡਰ ਨੇ ਤੁਹਾਡੇ ਹੱਕ 'ਚ ਬਿਆਨ ਨਹੀਂ ਦਿੱਤਾ, ਕੱਲਾ ਸੁਖਪਾਲ ਸਿੰਘ ਖਹਿਰਾ ਨੇ ਬਿਆਨ ਦਿੱਤਾ, ਕਹਿੰਦੇ ਕਿ ਜੋ ਵੀ ਭਾਈ ਵਡਾਲਾ ਸਾਹਿਬ ਨਾਲ ਹੋਇਆ ਬਿਲਕੁਲ ਗਲਤ ਹੋਇਆ। ਕੀ ਲੱਗਦਾ ਤੁਹਾਨੂੰ ਖਹਿਰਾ ਸਾਹਿਬ ਦੀ ਸੋਚ ਤੇ? ਦੇਖੋ, ਸੁਖਪਾਲ ਸਿੰਘ ਖਹਿਰਾ ਰਾਜਸੀ ਲੀਡਰ ਹੋ ਸਕਦੇ, ਪਰ 22 ਮਹੀਨਿਆਂ ਦੇ ਵਿੱਚ ਕਿਸੇ ਲੀਡਰ ਦੀ ਜ਼ਬਾਨ ਨਹੀਂ ਖੁੱਲੀ, ਪਰ ਉਸ ਬੰਦੇ ਨੇ ਐਜ ਏ ਸਿੱਖ ਹੋਣ ਨਾਤੇ, ਐਜ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਰੱਖਣ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਆਵਾਜ਼ ਬੁਲੰਦ ਕੀਤੀ ਹੈ, ਤੇ ਸਾਡੇ ਗੁਰੂ ਸਾਹਿਬ ਲਈ, ਕਾਨੂੰਨ ਲਈ, ਪ੍ਰਸ਼ਾਸਨ ਦੀ ਬਹਾਲੀ ਲਈ ਕੋਈ ਵੀ ਆਵਾਜ਼ ਬੁਲੰਦ ਕਰਦਾ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ। ਦੂਸਰਾ, ਹੁਣ BJP ਨਾਲ ਅਸੀਂ ਉਹਨਾਂ ਜਾਣਦੇ ਵੀ ਨਹੀਂ ਉਹਨਾਂ ਬੰਦਿਆਂ ਨੂੰ। ਬਿਕਰਮਜੀਤ ਸਿੰਘ ਇੱਕ ਉੱਥੇ ਦੇ ਵਕੀਲ ਨੇ, ਕੋਈ ਸਿਰ ਕੱਢ ਮੈਨੂੰ ਨਾਮ ਵਿਸਰ ਗਿਆ ਹੈ, ਉਹ ਸਟੇਟ ਲੈਵਲ ਦੇ ਬੰਦੇ ਨੇ ਜੀ, ਉਹ ਅਸੀਂ ਨਹੀਂ ਬੁਲਾਏ, ਸਾਨੂੰ ਨਹੀਂ ਪਤਾ ਕੌਣ ਹੈ, ਪਰ ਦੂਜੇ ਦਿਨ ਸਾਡੇ ਉੱਥੇ ਪੰਥਕ ਹੋਕੇ 'ਚ ਪਹੁੰਚਦੇ ਨੇ ਤੇ ਸਾਨੂੰ ਆ ਕੇ ਪੁੱਛਦੇ ਨੇ ਕਿ BJP ਤੁਹਾਡੇ ਲਈ ਕੀ ਕਰ ਸਕਦੀ ਹੈ, ਤੇ ਅਸੀਂ ਉਹਨਾਂ ਨੂੰ ਸਾਫ਼ ਕਿਹਾ ਸੀਗਾ ਕਿ BJP ਕਰ ਕੀ ਨਹੀਂ ਸਕਦੀ, ਤੁਸੀਂ ਆਏ ਹੋ ਗੁਰੂ ਗ੍ਰੰਥ ਸਾਹਿਬ ਲਈ ਜੀਓ ਆਇਆਂ ਨੂੰ, BJP ਕੀ ਕਰ ਸਕਦੀ ਹੈ, CBI ਜਾਂਚ ਕਰੇ, ਮੁਕੱਦਮਾ ਦਰਜ ਕਰਵਾਵੇ ਔਰ ਇਸ ਕਾਨੂੰਨ ਨੂੰ ਸਖਤ ਬਣਾ ਕੇ ਉਹਨੂੰ ਲਾਗੂ ਕਰੇ, ਇਹ BJP ਕਰ ਸਕਦੀ ਹੈ। ਤੁਸੀਂ ਆਸ ਰੱਖਦੇ ਹੋ, ਪਹਿਲਾਂ ਵੀ BJP ਦਾ ਜ਼ਿਕਰ ਕੀਤਾ ਕਿ BJP ਚਾਹੇ ਤਾਂ ਸਖਤ ਐਕਸ਼ਨ ਲੈ ਸਕਦੀ ਹੈ, ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੱਚੀ ਟੀਮ ਦੇ ਨਾਲ ਉਹ ਪ੍ਰੋਗਰਾਮ ਬਣਾਉਂਦੇ। ਤੁਹਾਨੂੰ ਲੱਗਦਾ ਕਿ BJP ਦੇ ਅੰਦਰ ਕਿਤੇ ਨਾ ਕਿਤੇ ਸਿੱਖਾਂ ਨੂੰ ਲੈ ਕੇ ਦਰਦ ਜਾਗ ਗਿਆ, ਜਿਸ ਤਰ੍ਹਾਂ ਉਹਨਾਂ ਵੱਲੋਂ ਪੰਜਾਬ ਦੇ ਸਿੱਖ ਗੁਰੂਆਂ ਦਾ ਜਿਹੜਾ ਸਤਿਕਾਰ ਕੀਤਾ ਜਾਂਦਾ ਹੈ? ਦਰਦ ਕੇਂਦਰ ਦਾ ਪੰਜਾਬ ਪ੍ਰਤੀ ਤੇ ਪੰਜਾਬ ਦਾ ਕੇਂਦਰ ਪ੍ਰਤੀ, ਇਹ ਤੇ ਪਿਛਲੇ ਕਈ ਦਹਾਕਿਆਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਸਰਹੱਦੀ ਇਲਾਕਾ ਹੈ ਔਰ 87 ਜਾਂ 93% ਜੋ ਪੜ੍ਹਦੇ ਆ ਵੀ ਕੁਰਬਾਨੀਆਂ ਪੰਜਾਬੀਆਂ ਦੀਆਂ, ਇਹਨਾਂ ਦਾ ਆਪਸੀ ਤਾਲਮੇਲ ਵਧੀਆ ਕਦੋਂ ਬੈਠੂ? ਜਦੋਂ ਪੰਜਾਬ ਦੇ ਚਪਲਾਂ ਝਾੜਨ ਵਾਲੇ ਵਿਚੋਲੇ ਪੰਜਾਬ ਵਾਲੇ ਕੱਢ ਲੈਣਗੇ, ਜਿਹੜੇ ਕੇਂਦਰ ਨੂੰ ਜਾ ਕੇ ਪੰਜਾਬ ਅੱਤਵਾਦੀ ਪੇਸ਼ ਕਰਦੇ ਨੇ ਤੇ ਪੰਜਾਬ 'ਚ ਆ ਕੇ ਕੇਂਦਰ ਨੂੰ ਮਤਰੇਈ ਮਾਂ ਪੇਸ਼ ਕਰਦੇ। ਇਹ ਹੁਣ BJP ਨੂੰ ਚਾਹੀਦਾ ਹੈ, ਮੋਦੀ ਜੀ ਨੂੰ ਚਾਹੀਦਾ ਹੈ, ਅਮਿਤ ਸ਼ਾਹ ਨੂੰ ਚਾਹੀਦਾ ਹੈ, ਉਹ ਸਿੱਖਾਂ ਨਾਲ ਸਿੱਧਾ ਰਾਬਤਾ ਕਾਇਮ ਕਰੇ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੇ, ਸਾਨੂੰ ਅੱਤਵਾਦੀ ਸਮਝਣ ਦੀ ਬਜਾਏ ਸਾਡੀਆਂ ਗੱਲਾਂ ਸੁਣਨ, ਆ ਵਿਚਲੇ ਵਿਚੋਲਿਆਂ ਤੋਂ ਸਾਡੀਆਂ ਰਿਪੋਰਟਾਂ ਨਾ ਲੈਣ, ਜਿਹੜੇ ਉਹਨਾਂ ਕੋ ਜਾ ਕੇ ਸਾਨੂੰ ਅੱਤਵਾਦੀ ਆਖਦੇ ਨੇ ਤੇ ਸਾਨੂੰ ਆ ਕੇ ਉਹਨਾਂ ਨੂੰ ਮਤਰੇਈ ਮਾਂ ਦੱਸਦੇ ਨੇ। ਸਿੰਘ ਸਾਹਿਬ, ਕਿਹਦਾ ਗੱਲ ਕਰ ਰਹੇ ਹੋ? ਜ਼ਿਕਰ ਕਰਦੇ ਹੋ ਸਾਹਮਣੇ ਤੁਸੀਂ। ਜ਼ਿਕਰ ਤੁਹਾਡੇ ਸਾਹਮਣੇ ਹੀ ਆ, ਪਿਛਲੇ ਕਈ ਦਹਾਕਿਆਂ ਤੋਂ ਇਹ ਬਾਦਲ ਕੇ ਨੇ, ਇਹ ਕੈਪਟਨ ਕੇ ਨੇ, ਇਹਨਾਂ ਦੀ ਮਿਲੀ ਆ ਹੁਣ ਇੱਕ ਤੀਜਾ ਵੀ ਵਿੱਚ ਰਲਦਾ ਫਿਰਦਾ। ਨਹੀਂ, ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਛੱਡ ਕੇ ਜਾਂ ਪੰਜਾਬ ਦੇ ਨਾਲੋਂ ਨਾਤਾ ਛੱਡ ਕੇ ਭਾਜਪਾ ਜੁਆਇਨ ਕਰ ਲਈ, ਸ਼ਾਇਦ ਜਿਸ ਤਰ੍ਹਾਂ ਤੁਸੀਂ ਅੱਜ ਭਾਜਪਾ ਦੀ ਗੱਲ ਕਰ ਰਹੇ ਹੋ ਉਹਨਾਂ ਠੀਕ ਕੀਤਾ ਮੌਕੇ ਦੇ ਸਾਥ। ਆਹੋ, ਜਿਹੜੇ ਨਾਮ ਮੈਂ ਭੁੱਲ ਰਿਹਾ ਤੁਸੀਂ ਮੈਨੂੰ ਯਾਦ ਕਰਾ ਰਹੇ ਹੋ, ਪਤਾ ਤਾਂ ਤੁਹਾਨੂੰ ਵੀ ਸਾਰਾ ਹੀ ਹੈ ਕਿ ਇਹੀ ਲੂੰਬੜ ਨੇ ਜਿਹੜੇ ਪੁੱਛਾਂ ਮਾਰਦੇ ਨੇ ਕੁਰਸੀ ਦੀ ਖਾਤਰ, ਔਰ ਇਹਨਾਂ ਤੇ ਗੋਲ ਕਚੋਰੀ ਦੇ ਪਰਚੇ ਹੋਏ ਆ,
ਉਹਨਾਂ ਨੂੰ ਬਚਾਉਣ ਲਈ ਇਹ ਸਾਰਾ ਕੁਝ ਬਚਾਉਣ ਲਈ ਆਪਣੇ ਰੱਖ ਰਖਾਵ ਲਈ ਇਹ ਸਿੱਖਾਂ ਨੂੰ ਕੁਝ ਵੀ ਪੇਸ਼ ਕਰ ਸਕਦੇ ਆ ਤੇ ਕੇਂਦਰ ਨੂੰ ਸਿੱਖਾਂ ਵਿੱਚ ਕੁਝ ਵੀ ਪੇਸ਼ ਕਰ ਸਕਦੇ ਆ। ਇਸ ਖਟਾਸ ਨੂੰ ਖਤਮ ਕਰਨ ਲਈ ਪੰਜਾਬ ਤੇ ਕੇਂਦਰ ਨੂੰ ਆਪ ਸਿੱਧੀ ਮਿਲਣਾ ਚਾਹੀਦਾ ਹੈ, ਨਾ ਕਿ ਵਿਚੋਲਿਆਂ ਦੇ ਰਾਹੀਂ। ਸਾਹਿਬ ਦੇ ਜਥੇਦਾਰ ਤੇ ਘੁਟਾਲੇ ਦੇ ਦੋਸ਼ ਲੱਗੇ ਆ, ਤੁਹਾਨੂੰ ਵੀ ਪਤਾ ਹੋਏਗਾ, ਕਿਵੇਂ ਵੇਖਦੇ ਹੋ ਤੁਸੀਂ? ਜਦੋਂ ਲਿਫਾਫਿਆਂ ਤੋਂ ਜਥੇਦਾਰ ਨਿਕਲਨੇ, ਜਥੇਦਾਰ ਹੈ ਕਦੋਂ ਸੀ? ਇਹ ਤੇ ਕਰਮਚਾਰੀ ਨੇ। ਉਹ ਹਿੱਤ ਵਰਗਾ ਉਹ ਸ਼ਰਾਬੀ ਜਿਹਾ ਬੰਦਾ ਉੱਠ ਕੇ ਉਹ ਕਿੰਤੂ ਕਰਦਾ ਜਥੇਦਾਰਾਂ ਤੇ, ਕਹਿੰਦਾ ਬਦਲ ਦਿਓ। ਔਰ ਉਦੋਂ ਬਾਅਦ ਹੋਰ ਇੱਥੇ ਕਈ ਨੇ। ਕਿਹਨਾਂ ਦੀ ਗੱਲ ਕਰ ਰਹੇ ਹੋ ਸਿੰਘ ਸਾਹਿਬ, ਦੱਸ ਦਿਓ ਕਿਹਨਾਂ ਦੀ ਗੱਲ ਕਰ ਰਹੇ ਹੋ? ਆ ਜਿਹੜੇ ਹੁਣ ਉੱਥੇ ਪ੍ਰਬੰਧਕ ਕਮੇਟੀ ਬਣਾਈ ਹੋਈ ਆ, ਉਹਦਾ ਹਿੱਤ ਪ੍ਰਧਾਨ ਬਣਿਆ ਉਹ ਦਿੱਲੀ ਦਾ, ਮੈਨੂੰ ਪਤਾ ਨਹੀਂ ਉਹਦੇ ਨਾਂ ਨੂੰ ਕੀ ਹੈ। ਉਦੋਂ ਪਹਿਲਾਂ ਵੀ ਰਹੇ ਨੇ ਕਈ। ਹੁਣ ਇਹ ਸਾਰੇ ਬੰਦੇ ਕੀ ਸਿੱਖ ਹੈਗੇ? ਪਹਿਲਾਂ ਸਿੱਖ ਰਹਿਤ ਮਰਜ਼ਾਦਾ ਅਨੁਸਾਰ। ਔਰ ਉਦੋਂ ਬਾਅਦ ਕੋਈ ਸਿੱਖੀ ਸਿਧਾਂਤਾਂ ਦੀ ਇਹਨਾਂ ਕੋ ਗੱਲ ਹੈ? ਦਰਬਾਰ 'ਚ ਬਹਿ ਕੇ ਤੇ ਗੁਰੂ ਘਰ ਦੇ ਵਜ਼ੀਰਾਂ ਲਈ, ਕਵੀਆਂ ਲਈ ਆਪ ਸ਼ਬਦੇ ਬੰਦੇ ਬੋਲਦੇ ਆ। ਇਹਨਾਂ ਨੂੰ ਪੁੱਛ ਕੇ ਜਥੇਦਾਰ ਲੱਗਦੇ ਨੇ ਤੇ ਇਹਨਾਂ ਨੂੰ ਪੁੱਛ ਕੇ ਹੀ ਲੈ ਜਾਂਦੇ ਨੇ। ਇਹਨਾਂ ਨੂੰ ਪੁੱਛ ਲਓ ਵੀ ਜਥੇਦਾਰ ਦੀ ਅਹਿਮਤ ਕੀ ਰਹਿ ਗਈ? ਸਾਡੀ ਲੜਾਈ 5 ਤਖਤਾਂ ਦੀ ਮਾਣ ਮਰਜ਼ਾਦਾ ਤੇ 5 ਤਖਤਾਂ ਦੇ ਜਥੇਦਾਰਾਂ ਨੂੰ ਸੁਤੰਤਰ ਬਹਾਲ ਕਰਨਾ। ਜਿੱਦਣ ਸਾਡਾ ਇਹ ਗੁਰੂ ਨੇ ਸੁਪਨਾ ਪੂਰਾ ਕਰ ਦਿੱਤਾ, ਉਦਣ ਫਿਰ ਤੁਹਾਨੂੰ ਆਪੇ ਪਤਾ ਲੱਗ ਜੂ ਕਿ ਕਿਸੇ ਅਕਾਲੀ ਫੂਲਾ ਸਿੰਘ ਨੂੰ ਕੋਈ ਜੁਰਤ ਕਰਕੇ ਕਿਵੇਂ ਕਹਿ ਸਕਦਾ ਹੈ ਜਥੇਦਾਰਾ ਸਵੇਰੇ ਤੇਰੀ ਛੁੱਟੀ ਹੈ? ਨਹੀਂ, ਜਥੇਦਾਰ ਦੇ ਖੀਸੇ 'ਚੋਂ ਪ੍ਰਧਾਨ ਨਿਕਲ ਸਕਦੇ ਨੇ, ਪਰ ਪ੍ਰਧਾਨਾਂ ਦੇ ਖੀਸੇ 'ਚੋਂ ਜਥੇਦਾਰ ਨਹੀਂ ਨਿਕਲਣਾ। ਔਰ ਜਿੰਨਾ ਚਿਰ ਇਹ ਪ੍ਰਧਾਨਾਂ ਦੇ ਖੀਸੇ 'ਚੋਂ ਨਿਕਲਣਗੇ ਉਹਨਾਂ ਚਿਰ ਜਥੇਦਾਰਾਂ 'ਤੇ ਇਲਜ਼ਾਮ ਲੱਗਣਗੇ, ਤਾਂ ਕਿ ਤਖਤਾਂ ਤੋਂ, ਮਾਣ ਮਰਜ਼ਾਦਾ ਤੋਂ, ਸਿੱਖੀ ਸਿਧਾਂਤਾਂ ਤੋਂ ਸਿੱਖ ਬਾਗੀ ਹੋ ਜਾਣ। ਕਿਉਂਕਿ ਅਸੀਂ ਤਖਤਾਂ ਨਾਲ ਹੀ ਜੋੜ ਕੇ ਸੰਗਤ ਨੂੰ ਇਕੱਠਾ ਕਰਨਾ ਹੈ। ਤੇ ਅੱਜ ਜੇ 135 ਕਰੋੜ ਬੰਦੇ ਮੋਦੀ ਸਰਕਾਰ ਆਧਾਰ ਕਾਰਡ ਬਣਾ ਕੇ ਇਕੱਠੇ ਰੱਖ ਸਕਦੀ ਹੈ, ਤੇ ਆ ਜਿਹੜਾ 1.5 ਕਰੋੜ ਸਿੱਖ ਸੀ, ਇਹ 5 ਤਖਤਾਂ ਨੇ ਇਕੱਠਾ ਕਰਨਾ ਸੀ। ਔਰ ਉਹ 5 ਤਖਤਾਂ ਦੀ ਮਾਣ ਮਰਜ਼ਾਦਾ ਖਤਮ ਕਰਨ ਵਾਲੇ ਇਹ ਬਾਦਲ ਕੇ, ਇਹ ਦਿੱਲੀ ਕੇ, ਆ ਜਿਹੜੀ ਕਮੇਟੀਆਂ ਬਣੀਆਂ ਹੋਈਆਂ ਸਿਆਸੀ 2 ID ਪ੍ਰੂਫ ਰੱਖਣ ਵਾਲੇ, ਇਹ ਸਿਆਸੀ ਵੀ ਨੇ, ਇਹ ਧਾਰਮਿਕ ਵੀ ਨੇ। ਇਹ ਝੂਠ ਵੀ ਬੋਲਦੇ ਨੇ, ਇਹ ਸੱਚ ਵੀ ਬੋਲਦੇ ਨੇ। ਇਹ ਦੋਵੇਂ ਆਈਡੀਆਂ ਰੱਖੀ ਫਿਰਦੇ। ਇਹ ਰਿਸ਼ਵਤਾਂ ਵੀ ਖਾਂਦੇ ਨੇ, ਦਾਨ ਵੀ ਕਰਦੇ ਨੇ, ਚੋਰੀ ਵੀ ਕਰਦੇ ਨੇ, ਲੰਗਰ ਵੀ ਲਾਉਂਦੇ ਨੇ। ਜਿੰਨਾ ਚਿਰ ਇਹ ਲਾਣਾ ਸਾਡੇ ਸਿਰ ਤੇ ਰਹੂ, ਜਥੇਦਾਰ ਇਹੋ ਜਿਹੇ ਹੋਣਗੇ। ਇੱਧਰ ਵਾਲਾ ਥੁੱਕ ਕੇ ਚੱਟ ਗਿਆ। ਆ ਜਿਹੜਾ ਹਰਪ੍ਰੀਤ ਸਿੰਘ ਲਾਇਆ, ਉਹ ਕਹਿੰਦਾ ਜੀ 328 ਸਰੂਪਾਂ ਦਾ ਮੁਕੱਦਮਾ ਦਰਜ ਹੋਊ। ਹੁਣ ਇਹਨੂੰ ਪੁੱਛਿਓ ਵੀ ਥੁੱਕ ਕੇ ਚੱਟਣਾ ਜਥੇਦਾਰ ਦਾ ਕੰਮ ਹੈ? ਉਧਰ ਵਾਲੇ ਤੇ ਇਲਜ਼ਾਮ ਲੱਗ ਗਏ ਕਿ ਜਿਹੜਾ ਸੋਨਾ ਚੜਾਇਆ ਸੀ ਡਾਕਟਰ ਸਮਰੇ ਹੋਣਾ ਨੇ, ਉਹਦੇ ਲਈ ਸ੍ਰੀ ਸਾਹਿਬ ਚੌਰ ਸਾਹਿਬ ਜਥੇਦਾਰ ਚੋਰੀ ਵੇਚ ਕੇ ਖਾ ਗਿਆ। ਤੇ ਹੁਣ ਉਹ ਚੋਰੀ ਤੋਂ ਬਚਣ ਲਈ ਕਹਿੰਦੇ ਜਥੇਦਾਰ ਬਦਲ ਦਿਓ ਪਰ ਚੋਰ ਨਾ ਫੜਿਓ। ਸਿੰਘ ਸਾਹਿਬ, ਤੁਸੀਂ ਤਾਂ ਸ਼ਾਇਦ ਭਗਵੰਤ ਮਾਨ ਨੂੰ ਹਾਲੇ ਤੱਕ ਮਿਲੇ ਵੀ ਨਹੀਂ ਹੋਣੇ। 328 ਪਾਵਨ ਸਰੂਪਾਂ ਨੂੰ ਲੈ ਕੇ ਸਿੱਧਾ ਜਾ ਕੇ ਬਾਹਰ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਉਹਨਾਂ ਦੇ ਵਿਧਾਇਕ ਨੇ ਅੰਮ੍ਰਿਤਸਰ ਤੋਂ IG ਕੁੰਵਰ ਵਿਜੇ ਪ੍ਰਤਾਪ, ਜਿਨ੍ਹਾਂ ਨੇ ਲਗਾਤਾਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ ਬਾਈਬਲ ਕਲਾਂ ਅਤੇ ਕੋਟਕਪੂਰਾ ਨੂੰ ਲੈ ਕੇ। ਭਗਵੰਤ ਮਾਨ ਹੋਣਾ ਵੱਲੋਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ, ਤੁਹਾਨੂੰ ਲੱਗਦਾ ਕਿ ਤੁਹਾਡੀ ਸੁਣੀ ਜਾਏਗੀ? ਦੇਖੋ ਜੀ, ਅਸੀਂ ਕੁੰਵਰ ਸਾਹਿਬ ਉਹਨਾਂ ਦੀ ਪਾਰਟੀ ਦੇ MLA ਆ, ਔਰ ਉਹਨਾਂ ਦੇ ਹੱਥ ਕਿਤੇ ਨਾ ਕਿਤੇ ਪਾਰਟੀ ਨੇ ਬੰਨੇ ਹੋਏ। ਅਸੀਂ ਇਹਨਾਂ ਦੇ ਪਿਓ ਦੇ ਨੌਕਰ ਨਹੀਂ ਆ ਵੀ ਇਹ ਸਾਨੂੰ ਦੱਬ ਲੈਣਗੇ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਨੌਕਰ ਆ, ਗੁਰੂ ਪੰਥ ਦੇ ਗੁਲਾਮ ਆ। ਕੁੰਵਰ ਸਾਹਿਬ ਦੇ ਹੱਥ ਵੱਜ ਸਕਦੇ ਨੇ, ਸਾਡੇ ਨਹੀਂ ਵੱਜੇ ਹੋਏ। ਤੇ ਜਿਸ ਦਿਨ ਕੁੰਵਰ ਸਾਹਿਬ ਦੇ ਹੱਥ ਖੁੱਲ੍ਹ ਗਏ, ਉਹ ਦਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਲਾਣਾ ਵੀ ਉਹਨੇ ਫੜ ਕੇ ਅੰਦਰ ਦੇ ਦੇਣਾ ਹੈ, ਜਿਹਦੇ ਕਰਕੇ ਉਹਨੂੰ ਇਹ ਬੰਨ੍ਹ ਕੇ ਰੱਖ ਰਹੇ ਨੇ। ਕਿਉਂਕਿ ਉਹਦਾ ਜਨਮ ਵੀ ਪਟਨਾ ਸਾਹਿਬ ਦਾ ਹੈ, ਤੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਿਖਾਇਆ ਹੀ ਇਹ ਕੁਝ ਹੈ। ਸਿੰਘ ਸਾਹਿਬ, ਹੁਣ ਤੁਹਾਡੀ ਜਥੇਬੰਦੀ ਦੇ ਵੱਲੋਂ, ਪੰਥਕ ਹੋਕਾ ਦੇ ਵੱਲੋਂ ਜਿਹੜਾ ਭਗਵੰਤ ਮਾਨ ਦੇ ਘਰ ਦੇ ਬਾਹਰ ਹੋਇਆ, ਉਸ ਨੂੰ ਲੈ ਕੇ ਕੀ ਉਪਰਾਲਾ ਕੀਤਾ ਜਾ ਰਿਹਾ? ਕੀ ਤੁਹਾਡੇ ਵੱਲੋਂ ਨਵਾਂ ਜਿਹੜਾ ਅਗਲਾ ਪ੍ਰੋਗਰਾਮ ਲਿਖਿਆ ਗਿਆ? ਉਹ ਅਸੀਂ ਆਉਣ ਵਾਲੇ 1 ਦਿਨ 'ਚ ਇਕੱਤਰਤਾ ਕਰ ਰਹੇ ਹਾਂ। ਉਦੋਂ ਬਾਅਦ ਠੋਸ ਪ੍ਰੋਗਰਾਮ ਦਿਆਂਗੇ, ਜਿਹਦੇ ਵਿੱਚ ਅਸੀਂ ਪੂਰੇ ਪੰਜਾਬ ਨੂੰ ਜਾਂ ਦੁਨੀਆ ਭਰ 'ਚ ਵਸਣ ਵਾਲੇ ਸਿੱਖਾਂ ਨੂੰ ਇਹ ਭਗਵੰਤ ਮਾਨ ਦੀ ਸਰਕਾਰ ਤੇ ਇਹਦੇ ਪ੍ਰਸ਼ਾਸਨ ਵੱਲੋਂ ਜਮਹੂਰੀਅਤ ਦਾ ਕਤਲ, ਲੋਕਤੰਤਰ ਦਾ ਘਾਣ,
ਪ੍ਰਸ਼ਾਸਨ ਕਾਨੂੰਨ ਦੀਆਂ ਧੱਜੀਆਂ ਡਾਉਣ ਦੀ ਗੱਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਾ ਦੇਣ ਦੀ ਗੱਲ, ਇਹ ਵੱਡੇ ਪੱਧਰ ਤੇ ਉਹਨਾਂ 'ਚ ਰੱਖਾਂਗੇ ਔਰ ਨਾਲ ਅਸੀਂ ਰਾਬਤਾ ਕੇਂਦਰ ਨਾਲ ਵੀ ਕਰਾਂਗੇ ਕਿ ਇੱਥੇ ਪ੍ਰਸ਼ਾਸਨ ਨਾਂ ਦੀ ਚੀਜ਼ ਕੋਈ ਨਹੀਂ। ਤੇ ਹੁਣ ਅਸੀਂ ਦੱਸੋ, ਜੇ ਇਸ ਦੇਸ਼ ਦੇ ਵਾਸੀ ਆ ਤੇ ਫਿਰ ਇਨਸਾਫ ਅਸੀਂ ਹੁਣ ਪਾਕਿਸਤਾਨ ਤੋਂ ਜਾ ਕੇ ਮੰਗੀਏ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਸਨ ਪੰਥਕ ਹੋਕਾ ਲਹਿਰ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਦੇ ਨਾਲ ਅਸੀਂ ਜੋ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਵੱਲੋਂ ਉਹਨਾਂ ਤੇ ਤਸ਼ੱਦਦ ਕੀਤੀ ਗਈ। ਉਹਨਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਕਿ ਜਿਸ ਤਰ੍ਹਾਂ 2022 ਦੀਆਂ ਚੋਣਾਂ ਦੇ ਵਿੱਚ 200 ਕਾਂਗਰਸ ਨੂੰ ਮੂਧੜੇ ਮੂੰਹ ਸੁੱਟਿਆ ਗਿਆ, ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਦਿੱਤਾ, ਉਸੇ ਤਰ੍ਹਾਂ ਹੀ ਹੁਣ ਲੋਕਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਪੇਸ਼ ਕਰਨਗੇ। ਉਹ ਆਸ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਾਣੀ ਕਿ ਕੇਂਦਰ ਸਰਕਾਰ ਜਿਹੜੀ ਆ 328 ਪਾਵਨ ਸਰੂਪਾਂ ਦਾ ਇਨਸਾਫ ਜ਼ਰੂਰ ਦਿਵਾਵੇਗੀ।